ਸਾਡੇ ਨਾਲ ਅੱਜ ਸਾਡੇ ਜਿਹੜੇ ਮਹਿਮਾਨ ਨੇ ਅਨਕਟ ਦੇ ਵਿੱਚ ਖੁੱਲੇ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਰਾਕੇਸ਼ ਰਸੀਲਾ ਜੀ ਨਾਲ। ਉਹਨੇ ਸਬ ਇੰਸਪੈਕਟਰ ਚੰਡੀਗੜ੍ਹ ਪੁਲਿਸ ਦੇ ਕੰਮ ਜਿਹੜਾ ਹੈਗਾ ਉਹ ਡਿਫਰੈਂਟ ਤਰੀਕੇ ਦੇ ਨਾਲ ਹੈਗਾ। ਉਹ ਤੁਸੀਂ ਹਿਊਮੈਨਿਟੇਰੀਅਨ ਕੰਮ ਕਰਦੇ ਹੋ, ਬਹੁਤ ਜ਼ਿਆਦਾ ਲੋਕ ਸੇਵਾ ਦੇ ਵੀ ਕੰਮ ਕਰਦੇ ਹੋ। ਉਹ ਤੁਹਾਡੀ ਨੌਕਰੀ ਤੋਂ ਹਟ ਕੇ ਕੰਮ ਨੇ। ब्लड वगैरह देना या किसी ह्यूमन की मैं कोई बॉडी का डोनेशन करना या एनिमल की डोनेशन करना, मैं अंदरों बहुत खुशी होती है कि मैं अगे लिए अपना रास्ता जो साफ कर रहा है। हाँ जी, मैं जिन्होंने कोई नहीं होता सीगा उन्होंने लैट्रिन साफ करनी, उन्होंने बाथरूम साफ करना, जिहदे कोल खाना नहीं होता सी उन्होंने खाना खवाना, जिहदे कोल अननोन डेड बॉडी ते कवर नहीं होता डेड बॉडी शीट कवर उन्हें डेड बॉडी शीट कवर प्रोवाइड करना, डेड बॉडी का क्रिमिनेशन करना शुरू करता जी। ते अंदरों बहुत ही ज़्यादा सकून मिलना शुरू हो गया। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਅਨਕਟ ਪ੍ਰੋਗਰਾਮ। ਅੱਜ ਅਸੀਂ ਟ੍ਰੈਡੀਸ਼ਨਲੀ ਜਿਵੇਂ ਕਰਦੇ ਆ ਰਿਵਾਇਤੀ ਤੌਰ ਤੇ ਕਿਤੇ ਬੈਠ ਕੇ ਅੱਜ ਅਸੀਂ ਖੁੱਲੇ ਵਿੱਚ ਕਰ ਰਹੇ ਹਾਂ। ਚੰਡੀਗੜ੍ਹ 에ਅਰਪੋਰਟ ਆਏ ਹੋਏ ਆ। G20 ਜਿਹੜਾ ਹੈਗਾ ਭਾਰਤ ਦੇ ਵਿੱਚ ਸੰਮੇਲਨ ਹੋਣ ਜਾ ਰਿਹਾ ਹੈ। ਉਹਦੇ ਵਿੱਚ ਹੀ ਸਾਨੂੰ ਇੱਕ ਐਸੇ ਤੁਰਦੇ ਫਿਰਦੇ ਸ਼ਖਸ ਮਿਲੇ ਜਿਹੜੇ ਕਿ ਬਿਲਕੁਲ ਡਿਫਰੈਂਟ ਟਾਈਪ ਦੇ ਇਨਸਾਨ ਨੇ, ਡਿਊਟੀ ਦੇ ਇਸ ਟਾਈਮ ਤੈਨਾਤ ਨੇ ਤੇ ਅਸੀਂ ਆਏ ਆ ਇੱਥੇ 에ਅਰਪੋਰਟ ਚੰਡੀਗੜ੍ਹ। ਤੁਹਾਨੂੰ ਦੱਸ ਦਈਏ ਕਿ ਸਾਡੇ ਨਾਲ ਅੱਜ ਸਾਡੇ ਜਿਹੜੇ ਮਹਿਮਾਨ ਨੇ ਅਨਕਟ ਦੇ ਵਿੱਚ ਖੁੱਲੇ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਰਾਕੇਸ਼ ਰਸੀਲਾ ਜੀ ਨਾਲ। ਉਹਨੇ ਸਬ ਇੰਸਪੈਕਟਰ ਚੰਡੀਗੜ੍ਹ ਪੁਲਿਸ ਦੇ। ਇਹਨਾਂ ਨਾਲ ਅੱਜ ਅਸੀਂ ਗੱਲਬਾਤ ਇੰਨੀ ਦੂਰੋਂ ਭੱਜੇ ਕਿਉਂ ਕਰਨ ਆਏ ਆ? ਡਿਊਟੀ ਤੇ ਤੈਨਾਤ ਨੇ, ਥੋੜੀ ਦੇਰ ਬਾਅਦ ਉਹਨਾਂ ਨੇ ਆਪਣੀ ਡਿਊਟੀ ਦੇਣੀ ਹੈ। ਇਸ ਕਰਕੇ ਆਏ ਆ ਕਿ ਉਹ ਸਿਰਫ ਆਮ ਤੌਰ ਤੇ ਜਿੱਦਾਂ ਪੁਲਿਸ ਦਾ ਜਿਹੜਾ ਨਕਸ਼ਾ ਆਮ ਤੌਰ ਤੇ ਲੋਕਾਂ ਨੂੰ ਹੁੰਦਾ ਉਹ ਇਹੀ ਹੁੰਦਾ ਹੈ ਕਿ ਪੁਲਿਸ ਜਿਹੜੀ ਹੈਗੀ ਹੈ ਉਹ ਹਮੇਸ਼ਾ ਚਲਾਨ ਕੱਟਣ ਦੇ ਵਿੱਚ, ਸਖਤੀ ਕਰਨ ਦੇ ਵਿੱਚ ਇਦਾਂ ਦੀ ਹੈਗੀ ਹੈ। ਪਰ ਬਾਵਜੂਦ ਉਸ ਦੇ ਇੱਕ ਚਿਹਰਾ ਅਲੱਗ ਵੀ ਹੈਗਾ। ਪਹਿਲੇ ਤਾਂ ਮੈਂ ਦੱਸਾਂਗੀ ਤੁਹਾਨੂੰ ਕਿ ਉਹ ਬੜੇ ਹੀ ਹਿਊਮੈਨਿਟੇਰੀਅਨ ਕੰਮਕਾਜ ਵੀ ਕਰਦੇ ਨੇ। ਸਵਾਗਤ ਹੈ ਤੁਹਾਡਾ ਰਾਕੇਸ਼ ਜੀ। ਮੈਂ ਤਾਂ ਤੁਹਾਡਾ ਕੁਝ ਹੋਰ ਹੀ ਰੂਪ ਸਮਝਿਆ ਸੀ ਜਦੋਂ ਮੈਂ ਤੁਹਾਡੇ ਵੱਲ ਭੱਜੀ ਆਈ ਸੀ, ਗੱਲਬਾਤ ਹੋਈ ਮੇਰੀ ਤੁਹਾਡੀ, ਬਟ ਤੁਸੀਂ ਬਿਲਕੁਲ ਹੀ ਹੰਬਲ ਡਿਫਰੈਂਟ ਟਾਈਪ ਦੇ ਇਨਸਾਨ ਮਿਲੇ। ਰਸੀਲਾ ਕਿਉਂ ਲਗਾਇਆ ਆਪਣੇ ਨਾਲ? ਪਹਿਲਾਂ ਤਾਂ ਜਲਦੀ सरनेम है जी, सरनेम है रसीला है जी। अच्छा जी, हाँ जी, सरनेम रसीला है जी। हाँ जी, हाँ जी, थोड़ा ਜਿਹਾ ਲਾਊਡ ਬੋਲੋਗੇ ਤਾਂ ਚੰਗਾ ਲੱਗੇਗਾ। मेरा सरनेम रसीला है जी, इसलिए रसीला पीछे ਜੀ नाम ਜੀ। है। हाँ जी। ਤੁਹਾਡੇ ਬਾਰੇ ਚ ਪੜਿਆ ਤੁਸੀਂ ਬੇਸਿਕਲੀ ਕਦੋਂ ਤੋਂ ਹੈਗੇ ਹੋ ਚੰਡੀਗੜ੍ਹ ਪੁਲਿਸ ਦੇ ਵਿੱਚ ਬੇਸਿਕਲੀ? मैं मैडम 1987 ਦੇ ਵਿੱਚ ਚੰਡੀਗੜ੍ਹ ਪੁਲਿਸ ਕਾਂਸਟੇਬਲ ਭਰਤੀ ਹੋਇਆ ਸੀ ਜੀ। ਤੇ ਹੁਣ ਮੈਂ ਸਬ ਇੰਸਪੈਕਟਰ ਹਾਂ ਚੰਡੀਗੜ੍ਹ ਪੁਲਿਸ 'ਚ। ਜੀ हाँ जी, ਤੇ ਮੇਰੀ ਤਕਰੀਬਨ 36 ਸਾਲ ਦੀ ਨੌਕਰੀ ਹੋ ਗਈ ਹੈ ਜੀ। ਜੀ। ਤੇ ਪਰ ਜਿਹੜਾ ਤੁਹਾਡਾ ਇੱਕ ਕੰਮ ਜਿਹੜਾ ਹੈਗਾ ਉਹ ਡਿਫਰੈਂਟ ਤਰੀਕੇ ਦੇ ਨਾਲ ਹੈਗਾ। ਉਹ ਤੁਸੀਂ ਹਿਊਮੈਨਿਟੇਰੀਅਨ ਕੰਮ ਕਰਦੇ ਹੋ, ਬਹੁਤ ਜ਼ਿਆਦਾ ਲੋਕ ਸੇਵਾ ਦੇ ਵੀ ਕੰਮ ਕਰਦੇ ਹੋ। ਉਹ ਤੁਹਾਡੀ ਨੌਕਰੀ ਤੋਂ ਹਟ ਕੇ ਕੰਮ ਨੇ ਡਿਫਰੈਂਟ ਟਾਈਪ ਦੇ ਨਾਲ? ਬਿਲਕੁਲ ਮੈਡਮ, ਹਟ ਕੇ ਕੰਮ ਹੈ ਜੀ, ਕਿਉਂਕਿ ਮੈਨੂੰ ਬੜਾ ਇਹਦੇ 'ਚ ਨਾ ਬੜਾ ਇੱਕ ਸਕੂਨ ਮਿਲਦਾ ਜੀ। ਆਪਣੇ ਕੰਮ ਕਰਨ ਤੋਂ ਬਾਅਦ ਮੈਨੂੰ ਇੱਕ ਬਹੁਤ ਅੱਛੀ ਅੰਦਰੋਂ ਫੀਲਿੰਗ ਆਉਂਦੀ ਹੈ ਕਿ ਮੈਂ ਅੱਜ ਦੀ ਡੇਟ ਦੇ ਲਈ ਅੱਜ ਕੁਝ ਇਨਸਾਨ ਦੇ ਲਈ ਕੁਝ ਕਰ ਪਾਇਆ ਜੀ। ਤੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਮੈਂ ਕਿਸੇ ਦੀ ਬਲੱਡ ਵਗੈਰਾ ਦੇਣਾ ਜਾਂ ਕਿਸੇ ਹਿਊਮਨ ਦੀ मैं कोई बॉडी का क्रिमिनेशन करना या एनिमल की क्रिमिनेशन करना, मैं अंदरों बहुत खुशी होती है कि मैं अगे लिए अपना रास्ता जो साफ कर रहा है। हाँ जी, तुहानूं दस दईए कि लवारिस लाशां ते उस दे नाल जिहड़े जानवर ने उन्हां दी जदों डैथ हो जाती है उस दा खास करके उन्होंने दफनाना या लवारिस लाशां जिहड़ियां हुंदियां ने उन्हां ते काम करते हैं, मीनस कि उन्हां दे संस्कार कराउंदे ने। बहुत वड्डी एक सेवा हैगी है, बहुत औखी एक सेवा हैगी है। किवें तुहाडे विच ये गल कदों आई तुहाडे विच ये गल बेसिकली, क्योंकि तुहाडी ड्यूटी तां बिल्कुल ही डिफरेंट टाइप दी हैगी है। मैडम मैं कांस्टेबल सीगा 1990 की गल हैगी है जी। मैं क्राइम ब्रांच पोस्टिंग सीगा ते 92 ਦੇ ਵਿੱਚ ਮੇਰੀ ਮੈਰਿਜ ਹੋਈ ਸੀ ਤੇ ਉਸ ਤੋਂ ਇੱਕਦਮ ਬਾਅਦ ਮੈਨੂੰ ਪਤਾ ਲੱਗਿਆ ਕਿ ਮੇਰੀ ਵਾਈਫ ਦੇ ਬ੍ਰੇਨ ਟਿਊਮਰ ਹੋ ਗਿਆ ਜੀ। ਜਦ ਬ੍ਰੇਨ ਟਿਊਮਰ ਹੋ ਗਿਆ ਤਾਂ ਬ੍ਰੇਨ ਟਿਊਮਰ ਹੋਣ ਤੋਂ ਬਾਅਦ ਮੈਨੂੰ ਡਾਕਟਰ ਨੇ ਦੱਸਿਆ ਵੀ ਤੁਹਾਡੇ ਬੇਬੀ ਨਹੀਂ ਹੋ ਸਕਦਾ ਕੋਈ। ਤੇ ਮੈਂ ਬੜਾ ਪਰੇਸ਼ਾਨ ਰਹਿਣ ਲੱਗਿਆ ਜੀ। ਮੈਂ ਕਿਹਾ ਵੀ ਮੈਂ ਆਪਣੇ ਡੀਜੀਪੀ ਸਾਹਿਬ ਸੀ ਸਾਡੇ ਰਵਾਲ ਸਾਹਿਬ, ਉਹਨਾਂ ਦੇ ਪੇਸ਼ ਹੋਇਆ, ਸਰ ਮੈਨੂੰ ਪੀਜੀ ਪੁਲਿਸ ਚੌਕੀ ਲਾ ਦਿਓ ਤੇ ਮੈਨੂੰ ਡੇਲੀ ਪੀਜੀ ਜਾਣਾ ਪੈਂਦਾ ਹੈ ਜੀ। ਤੇ ਉਹਨਾਂ ਨੇ ਵਿਚਾਰਿਆਂ ਨੇ ਉਸੇ ਦਿਨ ਮੇਰੀ ਪੋਸਟਿੰਗ ਜਿਹੜੀ ਹੈ ਪੀਜੀ ਪੁਲਿਸ ਚੌਕੀ ਦੀ ਕਰਤੀ ਜੀ। ਤੇ ਮੈਂ ਪੀਜੀ ਪੁਲਿਸ ਚੌਕੀ ਚਲਾ ਗਿਆ। ਉੱਥੇ ਜਾ ਕੇ ਮੈਂ ਦੇਖਿਆ ਜੀ ਉੱਥੇ ਬਹੁਤ ਸਾਰੇ ਅਨਨੋਨ ਮਰੀਜ਼ ਆਉਂਦੇ ਹੁੰਦੇ ਸੀ ਜਿਨ੍ਹਾਂ ਦੀ ਲੈਟਰਿਨ ਬਾਥਰੂਮ ਨਿਕਲੀ ਹੁੰਦੀ ਸੀ ਜੀ, ਜਿਹਨੇ ਲੈਟਰਿਨ ਬਾਥਰੂਮ ਨਿਕਲੀ ਹੁੰਦੀ ਸੀ ਤੇ ਉਹਨਾਂ ਨੂੰ ਦੇਖਣ ਵਾਲਾ ਕੋਈ ਨਹੀਂ ਹੁੰਦਾ ਸੀਗਾ ਜੀ। ਤੇ ਉਹ ਮਾਲਕ ਨੇ ਮੈਨੂੰ ਅੰਦਰੋਂ ਕਿਹਾ ਕਿ ਕਾਕਾ ਤੂੰ ਇਹ ਕੰਮ ਕਰ। ਮੈਨੂੰ ਅੰਦਰੋਂ ਆਵਾਜ਼ ਆਈ ਕਿ ਤੂੰ ਇਹ ਕੰਮ ਕਰ। ਮੈਂ ਜਿਨ੍ਹਾਂ ਦਾ ਕੋਈ ਨਹੀਂ ਹੁੰਦਾ ਸੀਗਾ ਉਹਨਾਂ ਦੀ ਲੈਟਰਿਨ ਸਾਫ਼ ਕਰਨੀ, ਉਹਨਾਂ ਦਾ ਬਾਥਰੂਮ ਸਾਫ਼ ਕਰਨਾ, ਜਿਹਦੇ ਕੋਲ ਖਾਣਾ ਨਹੀਂ ਹੁੰਦਾ ਸੀ ਉਹਨੂੰ ਖਾਣਾ ਖਵਾਉਣਾ, ਜਿਹਦੇ ਕੋਲ ਅਨਨੋਨ ਡੈਡ ਬੋਡੀ ਤੇ ਕਵਰ ਨਹੀਂ ਹੁੰਦਾ ਡੈਡ ਬੋਡੀ ਸ਼ੀਟ ਕਵਰ, ਉਹਨੇ ਡੈਡ ਬੋਡੀ ਸ਼ੀਟ ਕਵਰ ਪ੍ਰੋਵਾਈਡ ਕਰਨਾ, ਡੈਡ ਬੋਡੀਆਂ ਦਾ ਕ੍ਰਿਮੀਨੇਸ਼ਨ ਕਰਨਾ ਸ਼ੁਰੂ ਕਰਤਾ ਜੀ। ਤੇ ਅੰਦਰੋਂ ਬਹੁਤ ਹੀ ਜ਼ਿਆਦਾ ਸਕੂਨ ਮਿਲਣਾ ਸ਼ੁਰੂ ਹੋ ਗਿਆ। ਤੇ ਉੱਧਰੋਂ ਪਰਮਾਤਮਾ ਨੇ ਮੈਨੂੰ ਕੀ ਗਿਫਟ ਦਿੱਤਾ ਜੀ,
ਉਧਰੋਂ ਨਾਲ ਡਾਕਟਰ ਜਿਹੜੇ ਮੇਰੇ ਮਿਸਿਸ ਦੀ ਆਪਰੇਸ਼ਨ ਦੀ ਤਿਆਰੀ ਕਰ ਰਹੇ ਸੀਗੇ ਤੇ ਉਧਰੋਂ ਮੇਰੇ ਬੇਬੀ ਕਨਸੀਵ ਹੋ ਗਿਆ ਜੀ, ਜਦ ਕਿ ਡਾਕਟਰ ਡਿਨਾਈ ਕਰ ਰਹੇ ਸੀ ਕਿ ਤੁਹਾਡੇ ਬੱਚਾ ਨਹੀਂ ਹੋ ਸਕਦਾ। ਉਹ ਮਾਲਕ ਨੇ ਇੰਨੀ ਬੜੀ ਮੈਨੂੰ ਗੋਡ ਗਿਫਟ ਦਿੱਤੀ ਉੱਥੇ ਸੇਵਾ ਕਰਦੇ ਕਿ ਇਨਸਾਨ ਦੀ ਸੇਵਾ ਕਰਨ ਤੋਂ ਬਾਅਦ ਹੀ ਮੈਨੂੰ ਪੀਜੀ ਨੇ ਸਭ ਕੁਝ ਦਿੱਤਾ ਜੀ। ਮੈਂ ਕਹਿੰਦਾ ਕਿ ਪਰਮਾਤਮਾ ਬਹੁਤ ਦੀਨ ਦਿਆਲ ਹੈ। ਅਗਰ ਕੋਈ ਬੰਦਾ ਆਪਣੇ ਤਨ ਮਨ ਦੇ ਨਾਲ ਅਗਰ ਸੇਵਾ ਕਰੇਗਾ, ਉਹਨੂੰ ਕੋਈ ਚੀਜ਼ ਐਸੀ ਨਹੀਂ ਹੈ ਜਿਹੜੀ ਉਹ ਮਾਲਕ ਉੱਪਰ ਵਾਲਾ ਦੀਨ ਦਿਆਲ ਨਹੀਂ ਦੇ ਸਕਦਾ। ਤੇ ਦੇਖੋ ਮੈਂ ਇੱਕ ਐਗਜ਼ਾਮਪਲ ਹਾਂ ਸਭ ਦੇ ਸਾਹਮਣੇ ਕਿ ਅਗਰ ਕਿਸੇ ਦੇ ਕੋਈ ਵੀ ਪ੍ਰੋਬਲਮ ਹੈਗੀ ਹੈ, ਉਹ ਇਨਸਾਨ ਬਣਾਏ ਹੋਏ ਉਹਦੇ ਮਾਲਕ ਦੇ ਬਣਾਏ ਹੋਏ ਜੀਵਾਂ ਦੀ ਸੇਵਾ ਕਰੇ, ਉਹਨਾਂ ਦੀ ਲੈਟਰਿਨ ਬਾਥਰੂਮ ਸਾਫ਼ ਕਰੇ, ਆਪਣੇ ਮਾਂ ਬਾਪ ਦੀ ਸੇਵਾ ਕਰੇ। ਮੈਂ ਕਹਿੰਦਾ ਕੋਈ ਚੀਜ਼ ਐਸੀ ਹੈ ਹੀ ਨਹੀਂ ਹੈ ਕਿ ਉਹਨੂੰ ਨਾ ਮਿਲ ਸਕੇ ਜੀ। 40 ਸਾਲ ਹੋ ਗਏ ਤੁਹਾਨੂੰ ਬਲੱਡ ਡੋਨੇਸ਼ਨ ਕਰਦੇ ਹੋਏ? 40 ਹੋ ਗਏ ਜੀ। ਲਗਾਤਾਰ ਹਰ ਵਾਰ ਕਿਸ ਤਰ੍ਹਾਂ ਮਤਲਬ ਕੈਂਪਸ ਦੇ ਵਿੱਚ ਕਰਦੇ ਹੋ, ਵਲੰਟਰੀਲੀ ਕਰਦੇ ਹੋ? ਜੀ ਸਾਡੀ ਇੱਕ ਚੰਡੀਗੜ੍ਹ ਪੁਲਿਸ ਦੀ ਇੱਕ ਸੰਸਥਾ ਗਰੁੱਪ ਬਣਾਇਆ ਹੋਇਆ ਹੈ, ਉਹਦੇ ਵਿੱਚ ਸਾਡੇ ਬਹੁਤ ਸਾਰੇ ਹੁਣੀ ਬਲੱਡ ਡੋਨੇਸ਼ਨ ਕਰਵਾ ਕੇ ਆਇਆ ਮੈਂ ਸਾਡੇ ਕਿਸੇ ਪੀਜੀਆਈ 'ਚ ਜ਼ਰੂਰਤ ਸੀ ਬਲੱਡ ਦੀ, ਤੇ ਸਾਡਾ ਇੱਕ ਗਰੁੱਪ ਬਣਾਇਆ ਹੋਇਆ, ਉਹਦੇ 'ਚ ਵੀ ਦਿੰਦਾ ਜੀ। ਮੈਂ ਥੈਲੀਸੀਮੀਆ ਦੇ ਮਰੀਜ਼ਾਂ ਲਈ ਦਿੰਦਾ। ਜਦ ਮੈਂ ਪੀਜੀਆਈ ਪੁਲਿਸ ਚੌਕੀ ਸੀ ਤਾਂ ਮੈਂ ਅਨਨੋਨ ਪੇਸ਼ੈਂਟ ਦੇ ਲਈ ਜ਼ਿਆਦਾ ਦਿੰਦਾ ਹੁੰਦਾ ਸੀਗਾ ਜੀ, ਜਿਹਦਾ ਕੋਈ ਨਹੀਂ ਹੁੰਦਾ ਸੀਗਾ ਜੀ। ਜੀ ਤੇ ਉਸ ਦੇ ਨਾਲ ਜਿਹੜੇ ਸਾਨੂੰ ਥੋੜੀ ਜੀ ਖਬਰ ਮਿਲੀ ਹੈ ਜਾਂ ਕਿਉਂਕਿ ਅਸੀਂ ਖਬਰ 'ਚ ਹੀ ਹੈਗੇ ਆ, 500 ਦੇ ਕਰੀਬ ਤੁਸੀਂ ਲਾਵਾਰਿਸ ਲਾਸ਼ਾਂ ਜਿਹੜੀਆਂ ਹੈਗੀਆਂ ਉਹਨਾਂ ਦੀਆਂ। ਸੀਗਾ ਨਾ ਪੀਜੀਆਈ ਸੀਗਾ, ਚੌਕੀ ਸੀਗਾ, ਉਸ ਟਾਈਮ ਸਾਡੇ ਕੋਲ ਬਹੁਤ ਸਾਰੀਆਂ ਅਨਕਲੇਮਡ ਬੋਡੀਆਂ ਆਉਂਦੀਆਂ ਸੀ। ਸੇਵਾ ਸਮਿਤੀ ਵਾਲਿਆਂ ਨੂੰ ਲੈ ਕੇ ਅਸੀਂ ਉਹ ਬੋਡੀਆਂ ਜਿਹੜੀ ਕਮਿਸ਼ਨ ਕਰਾ ਦਿੰਦੇ ਹੁੰਦੇ ਸੀ। ਤੇ ਮੈਂ ਪੀਜੀਆਈ ਤੋਂ ਬਦਲਣ ਤੋਂ ਬਾਅਦ ਵੀ ਕਰੀਆਂ ਇਹ ਕੰਮ, ਪਰ ਹੁਣ ਮੈਂ ਸਿਰਫ ਐਨੀਮਲ ਦਾ ਹੀ ਕੰਮ ਕਰ ਰਿਹਾ। ਜਿਹੜੇ ਐਨੀਮਲ ਜਿਹੜੇ ਚੰਡੀਗੜ੍ਹ, ਮੋਹਾਲੀ, ਪੰਚਕੂਲਾ ਕਿਤੇ ਵੀ ਅਗਰ ਹੁੰਦੇ ਨੇ ਔਰ ਮੇਰੇ ਕੋਲ ਕੋਈ ਕਾਲ ਆਉਂਦੀ ਹੈ ਤੇ ਮੈਂ ਉਹਨਾਂ ਨੂੰ ਜਾ ਕੇ ਆਪਣੀ ਬੋਡੀ 'ਚ ਮੇਰੀ ਗੱਡੀ 'ਚ ਕਫਨ ਮਿਲੇਗਾ, ਨਮਕ ਦੇ ਪੈਕਟ ਮਿਲਣਗੇ, ਕੱਸੀ ਮਿਲੇਗੀ, ਮਾਸਕ ਮਿਲੇਗਾ, ਗਲਵਜ਼ ਮਿਲੇਗਾ ਜੀ। ਹਰ ਟਾਈਮ ਜੀ ਮੇਰੀ ਗੱਡੀ 'ਚ ਰੱਖਦਾ ਮੈਂ, ਜਿੱਥੋਂ ਵੀ ਕਾਲ ਆਉਂਦੀ ਹੈ ਮੈਂ ਜਾ ਕੇ ਇਹ ਕੰਮ ਕਰ ਦਿੰਦਾ ਐਨੀਮਲ ਵਾਲਾ ਜੀ। ਹਾਂਜੀ, ਪਰ ਇਹ ਬਹੁਤ ਹੀ ਡਿਫਰੈਂਟ ਤਰੀਕੇ ਦਾ ਕੰਮ ਹੈਗਾ। ਆਮ ਤੌਰ ਤੇ ਤੁਹਾਡੀ ਡਿਊਟੀ ਜਿਹੜੀ ਹੈ ਉਹ ਬਿਲਕੁਲ ਅਲੱਗ ਕਿਸਮ ਦੀ ਹੈ, ਇਹ ਤੇ ਬਿਲਕੁਲ ਹੀ ਡਿਫਰੈਂਟ ਟਾਈਪ ਦਾ ਕੰਮ ਹੈ। ਕਿਸ ਤਰੀਕੇ ਦੇ ਨਾਲ ਤੁਸੀਂ ਇਹਦੇ ਵੱਲ ਪ੍ਰੇਰਨਾ ਤੁਹਾਨੂੰ ਕਿਵੇਂ ਆਈ, ਮੀਨਸ ਕਿ ਖਾਸ ਕਰਕੇ ਐਨੀਮਲਸ ਵੱਲ? ਚਲੋ ਤੁਸੀਂ ਦੱਸਿਆ ਕਿ ਜਦੋਂ ਮੇਰੇ ਵਾਈਫ ਨੂੰ ਕੈਂਸਰ ਹੋ ਗਿਆ ਸੀ, ਉਹਦੇ ਬਾਅਦ ਬ੍ਰੇਨ ਟਿਊਮਰ, ਤੇ ਉਸ ਕੈਂਸਰ ਦੀ ਹੀ ਇੱਕ ਕਿਸਮ ਹੈਗੀ ਹੈ, ਤੇ ਉਹਦੇ ਬਾਅਦ ਤੁਸੀਂ ਪੀਜੀਆਈ ਗਏ ਤੇ ਉੱਥੇ ਤੁਹਾਨੂੰ ਲੱਗਿਆ ਕਿ ਮੈਨੂੰ ਸੇਵਾ ਕਰਨੀ ਚਾਹੀਦੀ ਹੈ। ਹੋਰ ਵੀ ਕਈ ਦੁਖਾਂਤ ਸੀਗੇ ਉਹਦੇ ਨਾਲ ਜੁੜੇ ਹੋਏ, ਪਰ ਉਸ ਦੇ ਬਾਵਜੂਦ ਜਿਹੜੇ ਐਨੀਮਲਸ ਵਾਲੇ ਉਹ ਤਾਂ ਬਹੁਤ ਇੱਕ ਡਿਫਰੈਂਟ ਤਰੀਕੇ ਦਾ ਹੈਗਾ। ਕੀ ਤੁਹਾਨੂੰ ਕੋਈ ਐਨੀਮਲ ਲਵਰ ਹੋ ਜਾਂ ਕੋਈ ਇਹਦੇ ਵਿੱਚ ਵੀ ਹਾਦਸਾ ਹੋਇਆ ਕਿ ਲਾਈਫ ਨੇ ਮੋੜ ਦਿੱਤਾ? ਨਹੀਂ, ਐਨੀਮਲ ਲਵਰ ਨਹੀਂ ਆ ਜੀ ਮੈਨੂੰ ਐਨੀਮਲ ਜਿਹੜੇ ਪਰਮਾਤਮਾ ਜਿਹੜੇ ਅਣਬੋਲੇ ਜੀਵ ਨੇ, ਜਿਹੜੇ ਵਿਚਾਰੇ ਬੋਲ ਹੀ ਨਹੀਂ ਸਕਦੇ, ਆਪਣਾ ਦੁੱਖ ਦਰਦ ਕਿਸੇ ਨੂੰ ਦੱਸ ਹੀ ਨਹੀਂ ਸਕਦੇ, ਮੈਂ ਉਹਨਾਂ ਲਈ ਕੁਝ ਐਸਾ ਕਰਨਾ ਚਾਹੁੰਦਾ ਕਿ ਮੈਂ ਉਹਨਾਂ ਲਈ ਕੁਝ ਕਰ ਸਕਾਂ ਜੀ। ਮੈਂ ਉਹਨਾਂ ਲਈ ਆਪਣੀ ਜ਼ਿੰਦਗੀ 'ਚ ਕੁਝ ਕਰ ਸਕਾਂ। ਤੇ ਮੈਨੂੰ ਨਾ ਜਦ ਕਿਸੇ ਮੈਂ ਜਾਂਦਾ ਹੁੰਦਾ ਕਿਸੇ ਹਾਈਵੇ ਤੇ ਜਾ ਰਿਹਾ ਤਾਂ ਮੈਨੂੰ ਦਿਖਣਾ ਕਿ ਬਹੁਤ ਸਾਰੇ ਐਨੀਮਲਸ ਨੇ ਜਿਹੜੇ ਨੀਚੇ ਡੈੱਡ ਬੋਡੀ ਜਿਹੜੀ ਉਹਨਾਂ ਦੀ ਡੈੱਡ ਬੋਡੀ ਵਿਚਾਰੀ ਪਈ ਹੈ ਰੋਡ ਤੇ, ਕੋਈ ਉਹਨਾਂ ਨੂੰ ਚੁੱਕ ਨਹੀਂ ਰਿਹਾ, ਤੇ ਫਿਰ ਵੀ ਅੰਦਰੋਂ ਦਇਆ ਭਾਵ ਨਹੀਂ, ਕਹਿੰਦਾ ਇਹਨੂੰ ਕੋਈ ਕੰਮ ਤਾਂ ਕਰੇ ਤਾਂ ਸਹੀ। ਤੇ ਫਿਰ ਮੈਂ ਕਿਹਾ ਅਗਰ ਮੈਂ ਕਰਾਂਗਾ ਤਾਂ ਮੈਨੂੰ ਦੇਖ ਕੇ ਹੋ ਸਕਦਾ ਮੇਰੇ ਨਾਲ ਕੋਈ ਹੋਰ ਵੀ ਜੁੜ ਜੇ। ਤੇ ਮੈਨੂੰ ਜਿੱਥੇ ਵੀ ਫਿਰ ਕੋਈ ਅਨਨੋਨ ਡੈੱਡ ਬੋਡੀ ਹਾਈਵੇ ਤੇ ਮਿਲਣੀ, ਮੈਂ ਆਪਣੇ ਆਪ ਨੂੰ ਚੁੱਕਣਾ ਤੇ ਉੱਥੇ ਹੀ ਕਫਨ ਤੇ ਨਮਕ ਦਾ ਪੈਕਟ ਖਰੀਦਣਾ ਤੇ ਉਹਦਾ ਸੰਸਕਾਰ ਕਰ ਦੇਣਾ। ਫਿਰ ਮਨ 'ਚ ਆਇਆ, ਇਹ ਤਾਂ ਕਾਲ ਆਉਣ ਲੱਗੀਆਂ ਸ਼ੁਰੂ, ਬਹੁਤ ਸਾਰੀਆਂ ਆਉਣ ਲੱਗੀਆਂ। ਮੈਂ ਕਈ ਵਾਰੀ ਲੈਕਚਰ ਦੇਣ ਵੀ ਗਿਆ ਯੂਨੀਵਰਸਿਟੀ, ਬੱਚਿਆਂ ਨੂੰ ਵੀ ਮੋਟੀਵੇਟ ਕੀਤਾ ਹੈ ਵੀ ਬੱਚੋ ਇਹ ਜਿਹੜਾ ਹੈ ਬੋਡੀ ਕਿੱਥੇ ਪਈ ਹੁੰਦੀ ਹੈ ਤਾਂ ਉਹਨੂੰ ਜਾ ਕੇ ਤੁਸੀਂ ਸੰਸਕਾਰ ਕਰ ਦੇਣਾ ਚਾਹੀਦਾ। ਇਹਦੇ ਨਾਲ ਬਹੁਤ ਹੀ ਅੱਛਾ ਪੁੰਨ ਹੈਗਾ ਇਹ ਕਿ ਇੱਕ ਵਿਚਾਰਾ ਜੀਵ ਮਰਿਆ ਪਿਆ, ਜਿੱਥੇ ਸਕੂਟਰ ਗੱਡੀਆਂ ਚਲੀ ਜਾ ਰਹੀਆਂ ਨੇ, ਉਹਨੂੰ ਕੋਈ ਦੇਖਣ ਵਾਲਾ ਹੈ ਨਹੀਂ ਹੈ। ਅਗਰ ਕੋਈ ਇਨਸਾਨ ਦੀ ਜੀਵ ਪਈ ਹੋਵੇ ਉਹ ਤਾਂ ਕੋਈ ਵੀ ਗੱਡੀ ਨਹੀਂ ਚੜਾਏਗਾ ਉੱਪਰ ਜੀ। ਬਿਲਕੁਲ ਹਾਂਜੀ, ਤੇ ਉਹ ਵੀ ਵਿਚਾਰਾ ਜੀਵ ਹੈਗਾ, ਅਗਰ ਉਹਨੂੰ ਵੀ ਅਸੀਂ ਉਹਦੀ ਮਿੱਟੀ ਨੂੰ ਕਿਸੇ ਟਿਕਾਣੇ ਲਾ ਦਈਏ ਤਾਂ ਮੇਰੇ ਹਿਸਾਬ ਨਾਲ ਬਹੁਤ ਹੀ ਅੱਛਾ ਇੱਕ ਨੇਕ ਕੰਮ ਹੈਗਾ ਇਹ। ਤੁਸੀਂ ਖਾਸ ਤੌਰ ਤੇ ਗੱਲ ਕੀਤੀ ਹੈ ਕਿ ਮੇਰੇ ਕੋਈ ਬੇਬੀ ਨਹੀਂ ਸੀਗਾ ਜਦੋਂ, ਖਾਸ ਕਰਕੇ, ਔਰ ਵਾਈਫ ਬਹੁਤ ਜ਼ਿਆਦਾ ਡਿਫਰੈਂਟ ਤਰ੍ਹਾਂ ਦੀ ਜਿਹੜੀ ਡੈਡਲੀ ਡਿਜ਼ੀਜ਼ ਦੇ ਹੱਥੇ ਜਿਹੜੇ ਚੜ ਗਏ ਸੀਗੇ, ਤੇ ਉਹਦੇ ਬਾਅਦ ਬਹੁਤ ਔਖਾ ਹੋ ਗਿਆ ਸੀਗਾ। ਕਿਸ ਤਰੀਕੇ ਦੇ ਨਾਲ ਫਿਰ ਤੁਹਾਡੇ ਹੁਣ ਕਿੰਨਾ ਫੈਮਿਲੀ 'ਚ ਕੌਣ ਹੈ? ਮੇਰੇ ਹੁਣ ਇੱਕ ਬੇਟਾ ਹੈ ਜੀ, ਮੇਰਾ ਬੇਟਾ ਇੰਜੀਨੀਅਰ ਹੈਗਾ ਜੀ, ਮੇਰੀ ਇੱਕ ਬਿਟੀਆ ਹੈ, ਉਹਨੇ MSc ਕਰ ਰੱਖੀ ਹੈ, ਤੇ ਮੇਰੇ ਬੱਚੇ ਦੋਨੋਂ ਹੀ ਇੰਟੈਲੀਜੈਂਟ ਨੇ ਬਹੁਤ। ਮੈਨੂੰ ਮਾਲਕ ਵੱਲੋਂ ਮੇਰੀ ਵਾਈਫ ਉਸ ਤੋਂ ਬਾਅਦ ਨਾ ਕੋਈ ਡਾਕਟਰ ਨੇ ਕੋਈ ਸਰਜਰੀ ਕੀਤੀ ਹੈ, ਨਾ ਕੋਈ ਮੈਡੀਸਨ ਦਿੱਤੀ ਹੈ। ਉਹ ਮਾਲਕ ਦੇ ਐਸਾ ਮੈਨੂੰ ਤੇ ਕਿਰਪਾ ਹੋਈ ਹੈ ਕਿ ਸੇਵਾ ਕਰਦੇ ਮੇਰੀ ਵਾਈਫ ਦਾ ਜਿਹੜਾ ਬ੍ਰੇਨ ਟਿਊਮਰ ਵਾਸ਼ ਹੋ ਗਿਆ ਜੀ। ਮੈਂ ਸਭ ਨੂੰ ਕਹਾਂਗਾ ਕਿ ਹੁਣ ਫਿਰ ਦੁਬਾਰਾ ਕਹਾਂਗਾ ਕਿ ਪਰਮਾਤਮਾ ਦੇ ਬਣਾਏ ਹੋਏ ਜੀਵਾਂ ਦੀ ਸੇਵਾ ਕਰੋ, ਆਪਣੇ ਮਾਂ-ਬਾਪ ਦੀ ਸੇਵਾ ਕਰੋ, ਉਹਦੇ 'ਚ ਸਭ ਕੁਝ ਹੈਗਾ ਬਸ ਜੀ। ਤੇ ਇਸ ਦੇ ਇਲਾਵਾ ਤੁਸੀਂ ਕਿਹਾ ਮੈਂ ਕਾਲਜਿਸ ਦੇ ਵਿੱਚ ਜਾਣਾ, ਉੱਥੇ ਜਾ ਕੇ ਲੈਕਚਰਸ ਦੇਣਾ, ਉਹ ਕੀ ਤੁਹਾਡਾ ਇੱਕ ਰੋਲ ਰਹਿੰਦਾ? ਮੀਨਸ ਕਿਸ ਤਰ੍ਹਾਂ ਉਹ ਪ੍ਰੇਰਨਾ ਉਧਰ ਆਉਂਦੀ ਹੈ ਤੁਹਾਨੂੰ? ਉਹ ਮੈਨੂੰ ਜਦ ਕੋਈ ਬੱਚੇ ਮੈਨੂੰ ਸਵਾਲ ਕਰਦੇ ਨੇ ਕਿ ਸਰ ਤੁਸੀਂ ਇਹ ਕਿੱਦਾਂ, ਉਹ ਵੀ ਇਹੀ ਸਵਾਲ ਕਰਦੇ ਨੇ ਕਿ ਤੁਹਾਡੇ ਅੰਦਰ ਭਾਵਨਾ ਕਿੱਥੋਂ ਦੀ ਆਈ। ਮੈਨੂੰ ਜਦ ਕੋਈ ਅੰਦਰ ਬੰਦਾ ਦੁਖੀ ਹੁੰਦਾ ਹੈ ਤਾਂ ਉਹ ਬੰਦਾ ਮਰਦਾ ਕੀ ਨਹੀਂ ਕਰਦਾ, ਤੇ ਮੇਰੇ ਅੰਦਰੋਂ ਇਹ ਆਈ ਸੀ ਵੀ ਮੈਨੂੰ ਇੱਥੋਂ ਵੀ ਆਰਾਮ ਹੋ ਜੇ, ਹਰ ਇੱਕ ਪਾਸੋਂ ਦੀ ਆਰਾਮ ਹੋ ਜੇ। ਪਰ ਮੈਨੂੰ ਜਦ ਸਕੂਨ ਮਿਲਣ ਲੱਗਿਆ, ਮੈਨੂੰ ਜਿਹੜੀ ਚੀਜ਼ ਤੋਂ ਮਿਲਣ ਲੱਗਿਆ ਕਿ ਹਾਂ ਮੇਰੇ ਇਹ ਕੰਮ ਕਰਨ ਤੋਂ ਬਾਅਦ ਮੇਰੇ ਸਾਰੀ ਚੀਜ਼ਾਂ ਸੁਖੀ ਹੋਈਆਂ, ਮੈਂ ਦੱਸ ਰਿਹਾ ਜਿੱਥੇ ਜਿਹੜੇ ਮਰੀਜ਼ ਦੀ ਲੈਟਰਿਨ ਬਾਥਰੂਮ ਕੋਈ ਡਾਕਟਰ ਪੀਜੀ ਦੇ ਡਾਕਟਰ, ਮੈਂ ਕਹਿਣਾ ਉਹਨਾਂ ਨੂੰ ਕਿ ਡਾਕਟਰ ਸਾਹਿਬ ਮਰੀਜ਼ ਦੀ ਲੈਟਰਿਨ ਨਿਕਲ ਗਈ ਇਹਨੂੰ ਦੇਖੋ, ਉਹਨਾਂ ਨੇ ਕਹਿਣਾ ਸਾਡਾ ਕੰਮ ਨਹੀਂ ਹੈ। ਨਰਸਾਂ ਨੂੰ ਕਹੋ, ਨਰਸ ਨੂੰ ਕਹਿਣਾ ਨਰਸ ਜੀ ਦੇਖੋ ਇਹਦੀ ਲੈਟਰਿਨ ਨਿਕਲ ਗਈ ਦੇਖੋ, ਉਹ ਕਹਿਣਾ ਭਾਈ ਮੇਰਾ ਕੰਮ ਨਹੀਂ ਹੈ। ਫਿਰ ਸਵੀਪਰ ਨੇ ਕਹਿਣਾ ਸਵੀਪਰ ਜੀ ਲੈਟਰਿਨ ਨਿਕਲ ਗਈ, ਕਹਿੰਦਾ ਮੇਰਾ ਕੰਮ ਨਹੀਂ ਹੈ।
ਨਾ ਉਸਨੇ ਦੇਖਣਾ ਨਾ ਉਸਨੇ ਦੇਖਣਾ ਨਾ ਉਹਨੇ ਦੇਖਣਾ। ਫਿਰ ਕਿਆ ਮਾਲਕ ਕਹਿੰਦਾ ਤੂੰ ਹੀ ਕਰ ਕਾਕਾ ਕੰਮ। ਉਹ ਕਰਦੇ ਕਰਦੇ ਮਾਲਕ ਇਹਨਾਂ ਬਹੁਤ ਸੱਚ ਵਿੱਚ ਬਹੁਤ ਦੀਨਦਿਆਲ ਹੈਗਾ ਜੀ ਉਹ। ਪਰ ਤੁਹਾਡੀ ਨੌਕਰੀ ਜਿਹੜੀ ਹੈਗੀ ਹੈ ਉਹ ਪੁਲਿਸ 'ਚ ਹੈਗੀ ਹੈ। ਨਾਲ ਨਾਲ ਨੌਕਰੀ ਵੀ ਹੁੰਦੀ ਸੀ ਕਿਉਂਕਿ ਐਮਰਜੈਂਸੀ ਮੈਂ ਡਿਊਟੀ ਕਰਦਾ ਹੁੰਦਾ ਸੀ। ਨਹੀਂ, ਮੇਰਾ ਸਵਾਲ ਸੀਗਾ ਕਿ ਤੁਹਾਡੀ ਨੌਕਰੀ ਜਿਹੜੀ ਉਹ ਬੜੀ ਡਿਫਰੈਂਟ ਤਰ੍ਹਾਂ ਦੀ ਹੈ, ਉਹ 'ਚ ਬਹੁਤ ਸਖਤੀਆਂ ਵੀ ਕਰਨੀਆਂ ਪੈਂਦੀਆਂ। ਤੁਸੀਂ ਕ੍ਰਾਈਮ ਬ੍ਰਾਂਚ 'ਚ ਰਹੇ, ਹੋਰ ਤਰੀਕੇ ਦੇ ਨਾਲ ਵੀ ਹੈਗੇ ਕਿਉਂਕਿ ਕ੍ਰਿਮੀਨਲਸ ਹੁੰਦੇ ਉਹਨਾਂ ਦੇ ਨਾਲ ਬਹੁਤ ਸਖਤੀ ਨਾਲ ਵੀ ਪੇਸ਼ ਆਉਣਾ ਪੈਂਦਾ ਹੈ। ਤੇ ਤੁਹਾਨੂੰ ਕਈ ਵਾਰੀ ਉਹ ਆਪਣੇ ਆਪ ਨੂੰ ਇਦਾਂ ਨਹੀਂ ਲੱਗਦਾ ਸੀ ਕਿ ਤੁਸੀਂ ਦੋ ਫੇਜ਼ਸ ਵਿੱਚ ਹੋ ਰਹੇ ਹੋ, ਕਦੀ ਫੇਜ਼ ਤੁਹਾਡਾ ਸਖਤੀ ਵੱਲ ਹੁੰਦਾ ਹੈ, ਕਦੀ ਨਰਮਾਈ ਵੱਲ ਹੁੰਦਾ, ਕਿਉਂਕਿ ਇਦਾਂ ਦੇ ਜ਼ਰੂਰ ਐਸੇ ਆਏ ਹੋਣਗੇ, ਕੋਈ ਤੁਹਾਡੇ ਸਾਹਮਣੇ ਮੁਜਰਿਮ ਆਏ ਹੋਣਗੇ ਜੋ ਤੁਹਾਨੂੰ ਬਹੁਤ ਸਖਤੀ ਨਾਲ ਵੀ ਪੇਸ਼ ਆਉਣਾ ਪੈਂਦਾ ਹੋਏਗਾ। ਮੈਨੂੰ ਪਤਾ ਕੀ ਹੈ ਜੀ, ਜਦ ਆਪਣੀ ਪੁਲਿਸ ਦੀ ਨੌਕਰੀ ਅਸੀਂ ਕਰ ਰਹੇ ਹੁੰਦੇ ਆ ਉਹ ਕੁਝ ਹੋਰ ਪਾਸੋਂ ਦੀ ਹੈ ਜੀ ਤੇ ਇਹ ਕੁਝ ਹੋਰ ਪਾਸੋਂ ਦੀ ਹੈ ਜੀ। ਤੇ ਜਿਹੜੇ ਦੋਨੋਂ ਡਿਫਰੈਂਟ ਹੈਗੇ ਨੇ ਪਹਿਲੂ ਜੀ। ਇਹ ਸੇਵਾ ਭਾਵ ਨਾਲ ਕਰਦੇ ਆ ਤੇ ਉਧਰੋਂ ਆਪਣੀ ਡਿਊਟੀ ਦੇ ਸਮਝ ਕੇ ਕਰਦੇ ਆ ਜੀ। ਇਹ ਸੋਚਦੇ ਆ ਕਿ ਇੱਕ ਇਨਸਾਨੀਅਤ ਸੇਵਾ ਕਰ ਰਹੇ ਆ, ਉਧਰੋਂ ਕਰਦੇ ਆ ਕਿ ਆਪਣੀ ਇੱਕ ਸਮਾਜ ਦੀ ਸੇਵਾ ਕਰ ਰਹੇ ਆ, ਪਬਲਿਕ ਦੀ ਸੇਵਾ ਕਰ ਰਹੇ ਆ। ਜਦੋਂ ਤੁਹਾਡਾ ਇਹ ਵਾਲਾ ਜਿਹੜਾ ਫੇਸ ਹੈਗਾ ਜਾਂ ਫਿਰ ਤੁਹਾਡਾ ਪੁਲਿਸ ਵਾਲਾ ਹੈਗਾ, ਉਹਦੇ ਵਿੱਚ ਬੈਲੈਂਸ ਬਣਾਉਣਾ ਕਦੀ ਤੁਹਾਨੂੰ ਔਖਾ ਲੱਗਿਆ ਸੀ ਨੌਕਰੀ ਦੇ ਦੌਰਾਨ, ਜਾਂ ਵੈਸੇ ਜਦੋਂ ਤੁਹਾਨੂੰ ਸਖਤੀ ਕਰਨੀ ਪਈ ਹੋਵੇ ਔਰ ਥੋੜਾ ਦਿਲ ਜਿਹੜਾ ਹੈਗਾ ਉਹ ਦੂਸਰੀ ਸਾਈਡ ਤੇ ਹੁੰਦਾ ਹੋਵੇ, ਐਸਾ ਕੋਈ ਐਸਾ ਡਿਫਿਕਲਟ ਤੁਹਾਨੂੰ ਕੇਸ ਜਾਂ ਕੋਈ ਐਸੀ ਚੀਜ਼ ਯਾਦ ਹੈਗੀ ਹੈ? ਮੈਡਮ ਲੱਗਦਾ ਹੈ ਜੀ ਕਈ ਵਾਰੀ ਹੋ ਜਾਂਦਾ ਜੀ ਇੱਦਾਂ। ਕਈ ਵਾਰੀ ਬੰਦਾ ਕੋਈ ਥਾਣੇ 'ਚ ਰਹਿੰਦੇ ਹੋਏ ਚੋਰ ਚਾਰ ਫੜ ਲੈਂਦਾ ਬੰਦਾ, ਫਿਰ ਬੰਦਾ ਸੋਚਦਾ ਯਾਰ ਇਹਨੇ ਚੋਰੀ ਕੀਤੀ ਤਾਂ ਹੈ ਪਰ ਇਹਨੇ ਚੋਰੀ ਕਰੀ ਕਿਉਂ ਹੈ, इसने चोरी करी क्यों है जी। कई बार अंदरों की रहम आंदा कि ये गरीब जा बच्चा लग रहा है। कई बार कहना अंकल मैंने तो रोटी उठाई थी, मैंने तो ये उठाया था, मैंने तो मेरी माँ बीमार थी, है ना। फिर वो बंदों ना बंदा अपना भी अंदरों इमोशनल हो जाता है, ये तो बच्चा जो है बेचारा चोर नहीं है, है ना। कोई छोटी मोटी अगर उन्हें वो कर लेंदा, कोई खाण पीण की चीज़ लै ली या कुछ होर कर रहा है, बंदे नूं सगों अपने वालों बंदा सोचदा यार हैल्प अपने कोलों कर सकदा, बंदा कर दे जी। सब तो औखा पल किहड़ा सीगा तुहाडी नौकरी दे दौरान? सब तो औखा पल सीगा जी, एक बारी पीजीआई दे विच ना एक छोटे ਜਿਹੇ ਬੱਚੇ ਦੀ ਮਾਂ ਦੀ ਡੈਥ ਹੋ ਗਈ ਸੀ। ਉਹ ਸੈਪਟਿਕ ਅਬੋਰਸ਼ਨ ਸੀਗਾ ਜੀ। ਤੇ ਸੈਪਟਿਕ ਅਬੋਰਸ਼ਨ ਸੀਗਾ ਤੇ ਉਹ ਛੋਟਾ ਜਿਹਾ ਬੱਚਾ ਸੀਗਾ ਤੇ ਸਰਦੀਆਂ ਦਾ ਮੌਸਮ ਸੀਗਾ ਜੀ। ਉਧਰੋਂ ਅੰਧੇਰਾ ਹੋ ਚਲਾ ਜੀ, 5:30 6 ਵੱਜ ਚੁੱਕੇ ਸੀਗੇ ਤੇ ਉਹਦੇ ਕੋਲ ਵਿਚਾਰੇ ਕੋਲ ਕਫਨ ਵੀ ਨਹੀਂ ਸੀਗਾ। ਉਹਦੇ ਕੋਲ ਕਫਨ ਵੀ ਨਹੀਂ ਸੀਗਾ ਤੇ ਜਦ ਮੈਂ ਉੱਥੋਂ ਬੋਡੀ ਲੈ ਕੇ ਗਿਆ 25 ਸੈਕਟਰ ਜੀ, ਤੇ ਉਹਦਾ ਬੱਚਾ ਨਾਲ ਬੱਚੇ ਦਾ ਉਸ ਔਰਤ ਦਾ ਘਰ ਵਾਲਾ ਨਾਲ, ਤੇ ਉਹ ਬੱਚਾ ਭੱਜ ਕੇ ਆਪਣੀ ਮਾਂ ਵੱਲ ਜਾਵੇ। ਬੱਚਾ ਭੱਜ ਕੇ ਮਾਂ ਨਾਲ ਜਾਵੇ ਤੇ ਬੱਚੇ ਦੇ ਨੋਜ਼ ਬਲੀਡ ਹੋ ਰਿਹਾ। ਜਦ ਮੈਂ ਬੱਚੇ ਨੂੰ ਚੁੱਕਿਆ ਆਪਣੀ ਵਰਦੀ ਦੇ ਨਾਲ ਲਾਇਆ ਨਾ, ਮੈਨੂੰ ਇੰਨਾ ਸਕੂਨ ਮਿਲਿਆ ਜੀ ਕਿ ਉਹ ਬੱਚਾ ਰੋ ਰਿਹਾ ਕਿ ਮੇਰੀ ਮਾਂ ਜਾ ਰਹੀ ਹੈ ਤੇ ਉਹਦਾ ਬਾਪ ਉਸ ਵਿਚਾਰਾ ਅੱਗ ਲਾ ਰਿਹਾ ਉਹਨੂੰ। ਅਸੀਂ 3-4 ਹੀ ਜਣੇ ਸੀਗੇ ਜੀ। ਮੈਨੂੰ ਜ਼ਿੰਦਗੀ 'ਚ ਲੱਗਿਆ ਕਿ ਭਾਈ ਕੁਛ ਨਹੀਂ ਇਨਸਾਨ ਨੇ ਲੈ ਕੇ ਜਾਣਾ। ਵਿਚਾਰਾ ਕਿਧਰੋਂ ਯੂਪੀ ਬਿਹਾਰ ਤੋਂ ਸ਼ਾਇਦ ਉਹ ਆਇਆ ਹੋਇਆ ਸੀਗਾ ਤੇ ਉਹਦੇ ਨਾਲ ਹੋ ਕੇ ਮੈਂ ਉਹਦੀ ਬੋਡੀ ਦਾ ਕ੍ਰਿਮੀਨੇਸ਼ਨ ਕਰਾਇਆ ਜੀ। ਮੈਨੂੰ ਸਭ ਤੋਂ ਲੱਗਦਾ ਹੈ ਕਿ ਉਹ ਮੇਰਾ ਸਭ ਤੋਂ ਇੱਕ ਜਿਹੜਾ ਕੀ ਕਹਿ ਸਕਦੇ ਹਾਂ ਕਿ ਅੰਦਰੋਂ ਦੀ ਬੰਦੇ ਨੂੰ ਇੱਕ ਬੰਦਾ ਭਰ ਆਉਂਦਾ ਉਹ ਗੱਲ ਸੁਣ ਕੇ, ਯਾਦ ਕਰਕੇ ਜੀ। ਤੇ ਜਦੋਂ ਖਾਸ ਕਰਕੇ ਤੁਸੀਂ ਇਹ ਸਾਰਾ ਕੰਮ ਕਰਦੇ ਹੋ ਜਾਂ ਇਸ ਤਰੀਕੇ ਦੇ ਨਾਲ ਜਦੋਂ ਤੁਹਾਨੂੰ ਤੁਹਾਡੇ ਅਫਸਰਾਂ ਨੇ ਜਾਂ ਕਿਸੇ ਨੇ ਸਲਾਹ ਨਾ ਕੋਈ ਕੀਤੀ ਹੈ, ਕਿਸੇ ਤਰੀਕੇ ਦੇ ਤੁਹਾਨੂੰ ਅਵਾਰਡਸ ਮਿਲੇ ਹੋਣ ਜਾਂ ਕੋਈ ਕਿਸੇ ਤਰੀਕੇ ਦਾ ਤੁਹਾਨੂੰ ਸਨਮਾਨਿਤ ਕੀਤਾ ਗਿਆ ਇਸ ਚੀਜ਼ ਨੂੰ ਲੈ ਕੇ? ਮੈਨੂੰ ਜਿਹੜੇ ਵੀ ਸਾਡੇ ਡੀਜੀਪੀ ਸਾਹਿਬ ਆਉਂਦੇ ਰਹੇ ਜੀ, ਮੈਨੂੰ ਬਹੁਤ ਜ਼ਿਆਦਾ ਉਹਨਾਂ ਨੇ ਪਿਆਰ ਦਿੱਤਾ ਹੈ। ਬਹੁਤ ਸਾਰੀ ਉਹਨਾਂ ਨੇ ਮੈਨੂੰ ਹਰ ਵਾਰ ਐਪਰੀਸ਼ੀਏਟ ਕੀਤਾ ਹੈਗਾ। ਹੁਣ ਮੈਨੂੰ ਸਗੋਂ ਪਿੱਛੇ 13 ਅਗਸਤ ਨੂੰ ਡੀਜੀਪੀ ਸਾਹਿਬ ਨੇ ਗਵਰਨਰ ਸਾਹਿਬ ਦੇ ਕੋਲੋਂ ਮੈਨੂੰ ਸਿਲਵਰ ਡਿਸਕ ਦਵਾਈ ਹੈ ਜੀ। ਤੇ ਮੈਨੂੰ ਬਹੁਤ ਇੱਕਦਮ ਮੈਨੂੰ ਐਂ ਲੱਗਦਾ ਕਿ ਮੈਂ ਤਾਂ ਕੋਈ ਕੰਮ ਕੀਤਾ ਨਹੀਂ, ਮੈਂ ਤਾਂ ਇੱਕ ਸਮਾਜ ਦੇ ਲਈ ਕੰਮ ਕਰ ਰਿਹਾ। ਪਰ ਫਿਰ ਵੀ ਜਦ ਮੇਰੇ ਅਫਸਰ ਮੈਨੂੰ ਐਪਰੀਸ਼ੀਏਟ ਕਰਦੇ ਨੇ, ਮੈਨੂੰ ਬੜੀ ਖੁਸ਼ੀ ਹੁੰਦੀ ਹੈ ਜੀ ਅੰਦਰੋਂ ਜੀ। ਤੁਹਾਡੇ ਵਾਈਫ ਠੀਕ ਨੇ? ਮੇਰੀ ਵਾਈਫ ਬਿਲਕੁਲ ਠੀਕ ਹੈ ਜੀ, ਬੱਚੇ ਬਿਲਕੁਲ ਠੀਕ ਠਾਕ ਨੇ? ਹਾਂਜੀ ਬਿਲਕੁਲ ਠੀਕ ਹੈ। ਓਕੇ। ਤੇ ਜਦੋਂ ਤੁਸੀਂ ਡਿਊਟੀ ਕਰਦੇ ਹੋ ਤੇ ਤਾਂ ਤੁਸੀਂ ਕਿਸ ਤਰੀਕੇ ਦਾ ਮੀਨਸ ਕਿ ਆਪਣਾ ਸਿਸਟਮ ਰੱਖਦੇ ਹੋ? ਕਿਉਂਕਿ ਬੈਲੈਂਸ ਬਹੁਤ ਬਣਾ ਕੇ ਰੱਖਣਾ ਪੈਂਦਾ ਹੈ। ਕੁਐਸਚਨ ਮੈਂ ਤਾਂ ਤੁਹਾਨੂੰ ਇੱਕ ਵਾਰ ਫਿਰ ਪੁੱਛ ਰਹੀ ਹਾਂ ਕਿਉਂਕਿ ਤੁਹਾਡਾ ਬਿਲਕੁਲ ਆਪੋਜ਼ਿਟ ਹੈਗਾ ਜੋ ਡਿਊਟੀ ਦਾ ਸਿਸਟਮ, ਉਹ ਬਿਲਕੁਲ ਆਪੋਜ਼ਿਟ ਹੈ। ਬਹੁਤ ਹੀ ਡਿਸਪਲਿਨ ਦੇ ਵਿੱਚ ਸਖਤਾਈਆਂ ਵੀ ਕਰਨੀਆਂ ਪੈਂਦੀਆਂ, ਬਹੁਤ ਡਿਫਰੈਂਟ ਤਰੀਕੇ ਦੇ ਨਾਲ ਹੁੰਦੇ ਆ। ਸਾਨੂੰ ਵੀ ਤੁਸੀਂ ਭੱਜੇ ਜਿਹੇ ਮਿਲੇ ਹੋ, ਅਦਰਵਾਈਜ਼ ਨਹੀਂ ਤਾਂ ਜਿਹੜਾ ਉਹ ਰੂਪ ਹੈਗਾ ਉਹ ਬਿਲਕੁਲ ਹੀ ਹਿਊਮੈਨਿਟੇਰੀਅਨ, ਕਿਸੇ ਵੀ ਇਮੋਸ਼ਨਲ ਲੈਵਲ ਤੇ ਕੋਈ ਵੀ ਇਨਸਾਨ ਹੋ ਸਕਦਾ ਹੈ। ਆਪਣੇ ਆਪ ਨੂੰ ਵੀ ਜ਼ਹਿਨੀ ਤੌਰ ਤੇ ਇੰਨਾ ਤਗੜਾ ਰੱਖਣਾ ਔਖਾ ਹੁੰਦਾ ਹੈ। ਮੈਡਮ ਮੈਂ ਦੱਸਿਆ ਜੀ, ਮੈਂ ਬਾਹਰ ਕੁਝ ਵੀ ਖਾਣਾ ਪੀਣਾ ਨਹੀਂ ਹੈ ਜੀ। ਮੈਂ ਕੁਝ ਵੀ ਖਾਣਾ ਪੀਣਾ ਨਹੀਂ, ਮੈਂ ਬਾਹਰੋਂ ਘਰੋਂ ਜਿਹੜਾ ਖਾਣਾ ਪੀਣਾ ਖਾ ਕੇ ਆ ਗਿਆ ਮੈਂ ਉਹੀ ਖਾਣਾ ਪੀਣਾ ਹੈਗਾ। ਮੇਰੇ ਜਿਹੜੇ ਮੈਂ ਬ੍ਰਹਮਾ ਕੁਮਾਰ ਹਾਂ ਜੀ, ਤੇ ਮੈਂ ਬਾਹਰ ਦੀ ਕੋਈ ਵੀ ਚੀਜ਼ ਖਾਣਾ ਪੀਂਦਾ ਨਹੀਂ ਹੈ। ਤੇ ਮੈਂ ਅੰਦਰੋਂ ਆਪਣੇ ਦਿਲ 'ਚੋਂ ਇਹੀ ਸੋਚ ਕੇ ਚੱਲਦਾ, ਇਹੀ ਧਾਰਨਾ ਕਰਕੇ ਚੱਲਦਾ ਕਿ ਪਰਮਾਤਮਾ ਮੇਰੇ ਹੱਥ ਤੋਂ ਕਿਸੇ ਦਾ ਬੁਰਾ ਨਾ ਕਰਵਾਈ, ਬਸ ਜਿੰਨਾ ਹੋ ਸਕਦਾ ਮੇਰੇ ਤੋਂ ਭਲਾਈ ਕਰਵਾਈ। ਜੀ ਜੀ ਜੀ। ਤੇ ਇਸ ਦੇ ਬਾਅਦ ਹੋਰ ਕੋਈ ਕੇਸਿਸ ਹੋਣ ਜਿਹੜੇ ਤੁਹਾਨੂੰ ਕਾਫੀ ਡਿਫਿਕਲਟ ਲੱਗੇ ਹੋਣ ਜਾਂ ਅਜੀਬ ਹੋਣ, ਔਰ ਜਾਂ ਤੁਹਾਨੂੰ ਅਨਟਾਈਮਲੀ ਮਤਲਬ ਰਾਤ ਨੂੰ ਜਾਂ ਸ਼ਾਮ ਨੂੰ ਇਸ ਤਰ੍ਹਾਂ ਦੀ ਕਾਲ ਆਈ ਹੋਵੇ, ਖਾਸ ਕਰਕੇ ਕੋਈ ਲਵਾਰਿਸ ਹੋਦੀ ਜਾਂ ਕਿਸ ਤਰੀਕੇ ਦੇ ਨਾਲ ਡਿਫਿਕਲਟ ਕੇਸਿਸ ਕਿਹੜੇ ਸੀਗੇ? ਕਈ ਵਾਰੀ ਰਾਤ ਨੂੰ 1 ਵਜੇ ਵੀ ਕਾਲ ਆ ਜਾਂਦੀ ਹੈ। ਕਈ ਵਾਰੀ ਰਾਤ ਨੂੰ 1 ਵਜੇ ਕਾਲ ਆ ਜਾਂਦੀ ਜੀ, ਫਲਾਣੀ ਥਾਂ ਤੇ ਗਾਂ ਮਰੀ ਪਈ ਹੈ ਜੀ। ਕਈ ਕਿਸੇ ਔਰ ਕਿੱਥੇ ਮੁੱਲਾਪੁਰ ਬੈਰੀਅਰ ਤੇ ਜੀ, ਮੁੱਲਾਪੁਰ ਬੈਰੀਅਰ ਤੇ। ਫਿਰ ਉਹਨਾਂ ਦੇ ਕੰਸਰਨ ਥਾਣੇ ਨੂੰ ਅਸੀਂ ਕਾਲ ਕਰਕੇ ਵੀ ਇਹਨੂੰ ਸਾਈਡ 'ਚ ਕਰਾ ਦਿਓ, ਅਸੀਂ ਸਵੇਰੇ ਚੁਕਾਵਾਂਗੇ, ਕਿਉਂਕਿ ਹੱਡਾ ਰੋੜੀ ਜਾਂਦੀ ਹੈ ਉਹ ਬੋਡੀ ਜਿਹੜੀ ਹੁੰਦੀ ਹੈ ਉਹਨਾਂ ਦੀ ਬੋਡੀ ਜਿਹੜੀ ਹੈ ਐਨੀਮਲ ਦੀ ਬੋਡੀ ਹੱਡਾ ਰੋੜੀ ਜਾਂਦੀ ਹੈ ਜੀ। ਉਹਨਾਂ ਨੂੰ ਚੁਕਵਾ ਕੇ ਫਿਰ ਉੱਥੋਂ ਗੱਡੀ ਹਾਇਰ ਕਰਕੇ ਫਿਰ ਉੱਤੇ ਹੱਡਾ ਰੋੜੀ ਛੱਡਦੇ ਆ ਜੀ।
ਨਹੀਂ ਜਿਹੜਾ ਤੁਸੀਂ ਇਹ ਸਾਰਾ ਕੰਮਕਾਜ ਕਰਦੇ ਹੋ ਤੁਹਾਡਾ ਮੈਂ ਆਪਣੇ ਖਰਚੇ ਟਰਾਂਸਪੋਰਟੇਸ਼ਨ ਆਪਣੇ ਖਰਚੇ ਖਰਚੇ, ਸਭ ਆਪਣੇ ਖਰਚੇ। ਨਾਲ ਕੁਝ ਸਟਾਫ ਵੀ ਲਾਇਆ ਨਹੀਂ, ਤੁਸੀਂ ਮੇਰਾ ਇਹ ਕੋਈ ਲੋਕਾਂ ਨੂੰ staff- ਨਾਲ ਮੇਰਾ ਕੋਈ staff ਨਹੀਂ ਹੈ। ਨਾਲ ਮੇਰਾ ਲਾਉਂਦੇ ਹੋ ਕੋਈ ਹਾਂ, ਸਹਿਯੋਗੀ ਹੋਣਗੇ? ਮੈਨੂੰ ਸਹਿਯੋਗੀ ਇਦਾਂ ਹੈ ਜੀ, ਜੇ ਮੇਰੇ ਕੋਲ ਨਹੀਂ ਹੁੰਦਾ ਤਾਂ ਮੈਂ ਕਿਸੇ ਨੂੰ ਆਪਣੇ ਪੈਸੇ ਦੇ ਕੇ ਕਿਸੇ ਨੂੰ ਕਾਲ ਕਰ ਦੇਣਾ, ਉਹ ਜਾ ਕੇ ਵਿਚਾਰੇ ਕਰ ਆਉਂਦੇ ਐਨੀਮਲ ਦਾ ਕ੍ਰਿਮੀਨੇਸ਼ਨ, ਤੇ ਬਾਕੀ ਜਿਹੜਾ ਮੈਂ ਆਪਣੇ ਖਰਚੇ ਦਾ ਹੀ ਕਰਦਾ ਜੀ ਜਿਹੜਾ ਹੈ ਜੀ। ਅੱਜ ਦਾ ਯੂਥ ਭਟਕ ਰਿਹਾ ਬਹੁਤ ਜ਼ਿਆਦਾ, ਥੋੜਾ ਜਿਹਾ ਭਟਕ ਰਿਹਾ, ਉਹ ਉਹਨਾਂ ਦਾ ਕਸੂਰ ਵੀ ਨਹੀਂ ਹੈਗਾ, ਬੇਰੋਜ਼ਗਾਰੀ ਬਹੁਤ ਹੈ, ਪੋਪੂਲੇਸ਼ਨ ਬਹੁਤ ਵਧੀ ਜਾ ਰਹੀ ਹੈ ਲਗਾਤਾਰ। ਚੰਡੀਗੜ੍ਹ ਇੱਕ ਸਿਟੀ ਬਿਊਟੀਫੁਲ ਦੇ ਤੌਰ ਤੇ ਹੈਗਾ, ਹੁਣ ਤਾਂ ਬਹੁਤ ਹੀ ਅੱਜਕੱਲ ਤਾਂ ਸਜਿਆ ਪਿਆ ਖਾਸ ਕਰਕੇ, ਔਰ ਇੱਥੋਂ ਦੀ ਪੁਲਿਸ ਜਿਹੜੀ ਹੈਗੀ ਉਹ ਬਹੁਤ ਬੈਸਟ ਮੰਨੀ ਜਾਂਦੀ ਹੈ ਟ੍ਰੈਫਿਕ ਨੂੰ ਲੈ ਕੇ, ਕਿਸੇ ਵੀ ਚੀਜ਼ ਨੂੰ ਲੈ ਕੇ, ਔਰ ਉਹਨਾਂ ਦੇ ਵੀ ਦੋਨੋਂ ਰੂਪ ਦੇਖਣ ਨੂੰ ਮਿਲਦੇ, ਜਿੱਥੇ ਸਖਤੀ ਹੈ ਸਖਤੀ ਵੀ ਦਿਖਦੀ ਹੈ, ਪਰ ਜਿੱਥੇ ਜੇ ਹੈਲਪ ਕਰੋ ਰਾਤ ਨੂੰ 1 ਵਜੇ ਵੀ ਜੇ ਚਾਹੋ ਤਾਂ ਚੰਡੀਗੜ੍ਹ ਪੁਲਿਸ ਤੈਨਾਤ ਹੁੰਦੀ ਹੈ ਤੁਹਾਡੇ ਲਈ। ਅਸੀਂ ਸਿਕਿਉਰਡ ਫੀਲ ਕਰਦੇ ਹਾਂ ਚੰਡੀਗੜ੍ਹ ਦੇ ਵਿੱਚ, ਤੇ ਉਹ ਜਿਹੜੀ ਹੈਗੀ ਹੈ ਖਾਸ ਕਰਕੇ ਕਿਸ ਤਰੀਕੇ ਦੇ ਨਾਲ ਯੂਥ ਦੀ ਗੱਲ ਯੂਥ ਨੂੰ ਮੈਡਮ, ਮੈਂ ਯੂਥ ਨੂੰ ਇਹੀ ਕਹਿਣਾ ਚਾਹਾਂਗਾ ਕਿ ਆਪਣੇ ਮਾਪੇ ਦੀ ਸੇਵਾ ਕਰੋ, ਉਸ ਪਰਮਪਿਤਾ ਪਰਮੇਸ਼ਰ ਦੇ ਨਾਲ ਜੁੜੋ, ਯੋਗ ਕਰੋ, ਉਸ ਮਾਲਕ ਤੋਂ ਬਖਸ਼ਿਸ਼ ਲਓ। ਉਸ ਮਾਲਕ ਜਿਹੜਾ ਬਹੁਤ ਦੀਨ ਦਿਆਲ ਹੈਗਾ ਹੈ, ਉਹ ਮੈਂ ਕਹਿੰਦਾ ਅਗਰ ਤੁਸੀਂ ਉਹਦੇ ਨਾਲ ਜੁੜ ਕੇ ਕੰਮ ਕਰੋਗੇ, ਤੁਸੀਂ ਪਹਿਲਾਂ ਉਹਦੇ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਉਸ ਮਾਲਕ ਦਾ ਧਿਆਨ ਕਰੋਗੇ ਨਾ ਜੀ, ਤੁਹਾਡਾ ਮੈਂ ਕਹਿੰਦਾ ਭੈਣ ਜੀ ਕੋਈ ਤੁਹਾਡਾ ਬੁਰਾ ਹੋ ਹੀ ਨਹੀਂ ਸਕਦਾ ਜੀ। ਹਮੇਸ਼ਾ ਆਪਣੀ ਡਿਊਟੀ ਜਾਣ ਤੋਂ ਪਹਿਲਾਂ ਉਸ ਮਾਲਕ ਨੂੰ ਆਪਣੇ ਨਾਲ ਲਓ ਤੇ ਆਪਣੀ ਡਿਊਟੀ ਤੇ ਜਾਓ ਜੀ। ਮੈਂ ਕਹਿੰਦਾ ਬਸ ਤੁਸੀਂ ਇੱਕ ਵਾਰੀ ਅਨੁਭਵ ਕਰਕੇ ਦੇਖੋ ਜੀ, ਉਹ ਕਹਿੰਦਾ ਮੈਂ ਤਾਂ ਤੇਰੇ ਨਾਲ ਖੜਾ, ਤੂੰ ਮੈਨੂੰ ਕਾਕਾ ਦੇਖਤਾ ਸੀ, ਪਰ ਅਸੀਂ ਉਹਨੂੰ ਨਾਲ ਲੈ ਕੇ ਚੱਲਦੇ ਹੀ ਨਹੀਂ ਜੀ। ਤੇ ਸਾਡੀ ਸਾਰੀ ਕਮੀ ਪੇਸ਼ੀ ਇਹੀ ਹੈ ਕਿ ਅੱਜ ਕੱਲ੍ਹ ਯੂਥ ਤਾਂ ਹੀ ਭਟਕ ਰਿਹਾ, ਆਪਣੇ ਮਾਪੇ ਦੀ ਸੇਵਾ ਨਹੀਂ ਕਰਦਾ, ਨਸ਼ੇ ਪੱਤਿਆਂ 'ਚ ਪੈ ਗਿਆ ਹੈਗਾ, ਹੋਰ ਕੋਈ ਸੋਸ਼ਲ ਐਕਟੀਵਿਟੀ ਰਹੀ ਨਹੀਂ ਹੈ ਜੀ, ਨੌਕਰੀਆਂ ਨਹੀਂ ਰਹੀਆਂ ਜੀ, ਹੈ ਨਾ ਜੀ। ਮੈਂ ਤਾਂ ਇਹੀ ਕਹਾਂਗਾ ਕਿ ਆਪਣੇ ਮਾਪੇ ਦੀ ਸੇਵਾ ਕਰੋ, ਤੁਹਾਨੂੰ ਜੋ ਤੁਸੀਂ ਮੰਗ ਰਹੇ ਹੋ, ਜਿਹੜੀ ਨੌਕਰੀ ਮੰਗ ਰਹੇ ਹੋ, ਤੁਹਾਨੂੰ ਉਹੀ ਮਿਲੇਗੀ। ਕਿ ਜਿੱਥੇ ਜਿੱਥੇ ਤੁਸੀਂ ਕੰਮ ਕੀਤਾ ਚੰਡੀਗੜ੍ਹ ਪੁਲਿਸ ਦੇ ਤੌਰ ਤੇ, ਮਤਲਬ ਕਿ ਇੱਕ ਤੈਨਾਤ ਹੋ ਕੇ ਮੁਲਾਜ਼ਮ ਦੇ ਤੌਰ ਤੇ, ਤੁਸੀਂ ਜਿੱਥੇ ਤੈਨਾਤ ਹੁੰਦੇ ਸੀ ਉੱਥੇ ਤੁਸੀਂ ਕੋਸ਼ਿਸ਼ ਕਰਦੇ ਸੀ ਯੂਥ ਨੂੰ, ਔਰਤਾਂ ਨੂੰ, ਲੋਕਾਂ ਨੂੰ ਕੈਂਪਸ ਲਗਾਉਣਾ ਕੋਈ, ਜਾਂ ਕਿਸੇ ਤਰ੍ਹਾਂ ਦਾ ਸੈਮੀਨਾਰਸ ਕਰਨੇ, ਜਾਂ ਉਹਨਾਂ ਨੂੰ ਇਕੱਠਾ ਕਰਕੇ, ਕਿ ਜਿੱਦਾਂ ਪੁਲਿਸ ਦਾ ਵੀ ਹੁੰਦਾ ਕਿ ਉਹ ਸੋਸ਼ਲ ਉਹਦੇ 'ਚ ਅਰੀਨਾ 'ਚ ਜਾ ਕੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਨ ਕਿ ਆਪਣੀ ਜ਼ਿੰਦਗੀ ਨੂੰ ਜਿਹੜਾ ਬਿਹਤਰ ਬਣਾਉਣ? ਮੈਡਮ ਮੈਂ ਜਿੱਥੇ ਵੀ ਜਾਂਦਾ, ਜਿੱਥੇ ਵੀ ਰਿਹਾ, ਮੈਂ ਹਰੇਕ ਬੰਦੇ ਨੂੰ ਇਹੀ ਦੱਸਦਾ ਕਿ ਆਪਣੇ ਮਾਪੇ ਦੀ ਸੇਵਾ ਕਰੋ, ਆਪਣੇ ਬਜ਼ੁਰਗਾਂ ਦੀ ਸੇਵਾ ਕਰੋ, ਤੇ ਆਪਣੇ ਜਿਹੜੇ ਸਮਾਜ ਹੈ, ਸਮਾਜ ਦੇ ਬਾਰੇ ਕੁਝ ਸੋਚੋ, ਆਪਣੇ ਨਸ਼ੇ ਪੱਤਿਆਂ ਨੂੰ ਛੱਡੋ, ਕੋਈ ਵੀ ਇੱਦਾਂ ਹੀ ਬੁਰੀ ਆਦਤ ਨਾ ਕਰੋ ਜਿਹਦੇ ਨਾਲ ਤੁਹਾਡੇ ਮਾਪੇ ਦੀ ਨਾਮ ਬਦਨਾਮੀ ਹੋਵੇ। ਅਗਰ ਤੁਹਾਡਾ ਮਾਪੇ ਦਾ ਨਾਮ ਬਦਨਾਮ ਹੋਏਗਾ ਤਾਂ ਤੁਸੀਂ ਦੇਖੋ ਤੁਸੀਂ ਕਿੱਥੇ ਸਟੈਂਡ ਕਰ ਰਹੇ ਹੋ। ਇਸ ਲਈ ਕਦੇ ਵੀ ਕਿਸੇ ਵੀ ਬੰਦੇ ਨੂੰ ਗਲਤ ਸੰਗਤ ਦੇ ਵਿੱਚ ਨਹੀਂ ਪੈਣਾ ਚਾਹੀਦਾ। ਮੈਂ ਤਾਂ ਇਹੀ ਕਹਾਂਗਾ ਜੀ ਯੂਥ ਨੂੰ, ਤੇ ਮੇਰੇ ਵੱਲੋਂ ਤਾਂ ਇਹੀ ਐਡਵਾਈਸ ਹੈ ਕਿ ਕੋਈ ਵੀ ਹਰ ਇੱਕ ਬੱਚਾ ਨਸ਼ੇ ਪੱਤਿਆਂ ਤੋਂ ਦੂਰ ਰਹੇ ਤੇ ਆਪਣੇ ਮਾਪੇ ਦੀ ਸੇਵਾ ਕਰੇ, ਸਮਾਜ ਦੇ ਲਈ, ਭਲਾਈ ਦੇ ਲਈ ਜਿੰਨਾ ਕੰਮ ਕਰ ਸਕਦਾ ਉਹ ਕਰੇ। ਇਹਨਾਂ ਦੋ ਕੰਮਾਂ ਦੇ ਇਲਾਵਾ ਤੁਹਾਡੇ ਹੋਰ ਕੀ ਕੀ ਸ਼ੌਕ ਨੇ? ਮੇਰੇ ਮੈਡਮ ਹੋਲ ਬੋਡੀ ਜਿਹੜੀ ਹੈ ਮੇਰੀ, ਇੱਕ ਪੀਜੀ ਜਿਹੜੀ ਮੈਂ ਆਪਣੀ ਹੋਲ ਬੋਡੀ ਆਪਣੀ ਪੀਜੀ ਗਿਰਵੀ ਰੱਖ ਰੱਖੀ ਹੈ। ਅੱਛਾ, ਡੋਨੇਟ ਆਫਟਰ ਕੀਤੀ ਡੈਥ ਹੋਈ ਹੈ। ਜਿਹੜੀ ਹੈ ਮੇਰੀ ਬੋਡੀ ਜਿਹੜੀ ਹੈਗੀ ਉਹ ਪੀਜੀ ਜਾਏਗੀ, ਤੇ ਮੇਰੇ ਘਰ ਵਾਲੇ ਮੇਰੀ ਬੋਡੀ ਦਾ ਸਕਲਟਨ ਬਣਾਉਣਗੇ, ਤੇ ਮੇਰੀ ਬੋਡੀ ਦੇ ਸਕਲਟਨ ਦਾ ਸੰਸਕਾਰ ਹੋਏਗਾ, ਉਹਦੇ ਤੋਂ ਕਿਰਿਆਕਰਮ ਹੋਏਗਾ ਜੀ। ਤੇ ਮੇਰੀ ਜਿਹੜੀ ਇਹ ਬੋਡੀ ਹੈਗੀ ਹੈ ਇਹ ਪੀਜੀ ਅਨਾਟਮੀ ਡਿਪਾਰਟਮੈਂਟ ਜਾਏਗੀ ਰਿਸਰਚ ਦੇ ਲਈ ਜੀ। ਮੇਰੀ ਬੋਡੀ ਮੇਰੇ ਘਰ ਵਾਲਿਆਂ ਨੂੰ ਨਹੀਂ ਮਿਲੇਗੀ ਜੀ। ਜੀ, ਇਹ ਬਹੁਤ ਵੱਡੀ ਗੱਲ ਹੈ। ਹਾਂਜੀ, ਹਾਂਜੀ। ਹੋਰ ਇਸ ਦੇ ਇਲਾਵਾ ਤੁਹਾਡੇ ਕੀ ਵੈਸੇ ਅਦਰਵਾਈਜ਼ ਤੁਹਾਡੀ ਐਕਟੀਵਿਟੀਜ਼ ਕਿਵੇਂ ਰਹਿੰਦੀਆਂ ਨੇ? ਮੈਂ ਤਾਂ ਮੈਡਮ ਸਵੇਰੇ ਪਰਮਾਤਮਾ ਦਾ ਨਾਮ ਲੈਂਦਾ ਜੀ, ਸਵੇਰੇ 5 ਵਜੇ ਤੋਂ ਲੈ ਕੇ 6 ਵਜੇ ਤੱਕ ਯੋਗ ਕਰਦਾ ਜੀ। ਉਸ ਪਰਮਪਿਤਾ ਪਰਮਾਤਮਾ ਨੂੰ ਧਿਆਨਾ ਕਿ ਸੰਸਾਰ ਦੇ ਵਿੱਚ ਸਾਰੇ ਜਿੰਨੇ ਭਾਈ ਭੈਣ ਹੈਗੇ ਸਭ ਨੂੰ ਪਰਮਾਤਮਾ ਸ਼ਾਂਤੀ ਦੇਈ, ਮੈਨੂੰ ਵੀ ਸ਼ਾਂਤੀ ਦੇਈ, ਮੇਰੇ ਤਨ ਮਨ ਤੋਂ, ਮੇਰੇ ਮਨ ਤੋਂ, ਕਿਸੇ ਤੋਂ ਮਨ ਤੋਂ, ਕਰਮ ਤੋਂ, ਵਚਨ ਤੋਂ ਕਿਸੇ ਨੂੰ ਬੁਰਾ ਨਾ ਕਿਹਾ ਜਾਏ ਜੀ। ਮੈਂ ਸੋਚਦਾ ਜੀ ਡਿਫਰੈਂਟ ਟਾਈਪ ਦੇ ਪੁਲਿਸ ਵਾਲੇ ਮਿਲੇ ਆ ਮੈਨੂੰ, ਬਹੁਤ ਟਾਈਮ ਤੋਂ ਬਾਅਦ ਐਵੇਂ ਦੇ ਪੁਲਿਸ ਵਾਲੇ ਨਹੀਂ ਮਿਲੇ ਆ। ਆਖਰੀ ਸ਼ਬਦ ਤੁਸੀਂ ਕੀ ਕਹਿਣਾ ਚਾਹੋਗੇ ਖਾਸ ਕਰਕੇ ਯੂਥ ਨੂੰ ਤੇ ਭਟਕੇ ਹੋਏ ਲੋਕਾਂ ਨੂੰ, ਜਿਹੜੇ ਖਾਸ ਕਰਕੇ ਤੁਸੀਂ ਪੁਲਿਸ ਵਾਲੇ ਹੋ, ਉਸ ਸੰਦਰਭ ਦੇ ਨਾਲ ਸਮਾਜ ਨੂੰ, ਔਰ ਕਿਹੜੀਆਂ ਚੀਜ਼ਾਂ ਤੁਸੀਂ ਵਾਚ ਕਰਦੇ ਹੋ ਕਿ ਕਿੱਦਾਂ ਦੀਆਂ ਜਿਹੜੀਆਂ ਸਮਾਜ ਦੇ ਵਿੱਚ ਕੁਰੀਤੀਆਂ ਆ ਚੁੱਕੀਆਂ ਜਿਨ੍ਹਾਂ ਨੂੰ ਠੀਕ ਕਰਨ ਦੀ ਜ਼ਰੂਰਤ ਹੈ? ਮੈਡਮ ਮੈਂ ਤਾਂ ਬਾਰ-ਬਾਰ ਇਹੀ ਕਹਾਂਗਾ ਕਿ ਜੀ ਜਿਹੜੇ ਅੱਜ ਦਾ ਯੂਥ ਹੈਗਾ ਉਹ ਨਸ਼ੇ ਪੱਤਿਆਂ ਤੋਂ ਦੂਰ ਰਹੇ। ਹੱਥ ਜੋੜ ਕੇ ਰਿਕੁਐਸਟ ਹੈ ਮੇਰੇ ਦੋਸਤੋ, ਮੇਰੇ ਵੀਰੋ, ਮੇਰੇ ਭਰਾਓ, ਕਿਉਂਕਿ ਜਿਹੜਾ ਨਸ਼ਾ ਪੱਤਾ ਹੈ ਉਹ ਸਰੀਰ ਨੂੰ, ਤੁਹਾਡੇ ਨੂੰ ਐਸਾ ਖਰਾਬ ਕਰ ਦੇਗਾ, ਤੁਹਾਨੂੰ ਕਿਸੇ ਪਾਸੇ ਤਾਂ ਨਹੀਂ ਛੱਡੇਗਾ। ਜਿਹੜੇ 30 ਸਾਲ ਦੇ ਬੱਚੇ ਵੀ ਹੋਣਗੇ, 50 ਸਾਲ 60 ਸਾਲ ਦੇ ਬਜ਼ੁਰਗ ਲੱਗਣ ਲੱਗ ਜਾਣਗੇ। ਤੇ ਮੇਰੇ ਛੋਟੇ ਭਾਈਓ, ਛੋਟੀ ਭੈਣੋ, ਕਦੀ ਵੀ ਨਸ਼ੇ ਪੱਤੇ, ਹਮੇਸ਼ਾ ਨਸ਼ੇ ਪੱਤੇ ਤੋਂ ਦੂਰ ਰਹੋ। ਬਸ ਮੇਰੀ ਇਹੀ ਰਿਕੁਐਸਟ ਹੈ ਕਿ ਜਿੰਨਾ ਹੋ ਸਕੇ ਸੋਸ਼ਲ ਐਕਟੀਵਿਟੀ ਕਰੋ, ਆਪਣੇ ਲਈ ਬਲੱਡ ਡੋਨੇਟ ਕਰੋ। ਅਗਰ ਤੁਹਾਡੀ ਬੋਡੀ ਠੀਕ ਹੋਏਗੀ ਤਾਂ ਹੀ ਤੁਸੀਂ ਆਪਣੇ ਮਾਪੇ ਦੀ ਸੇਵਾ ਕਰ ਪਾਓਗੇ। ਅਗਰ ਤੁਹਾਡੀ ਬੋਡੀ ਠੀਕ ਨਹੀਂ ਹੈ, ਤੁਸੀਂ ਖੁਦ ਹੀ ਠੀਕ ਨਹੀਂ ਹੋ, ਤਾਂ ਬਜ਼ੁਰਗਾਂ ਦੀ, ਸਮਾਜ ਦੀ ਸੇਵਾ ਕਰਨਾ ਬਹੁਤ ਮੁਸ਼ਕਿਲ ਹੈ। ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਜੀ, ਥੈਂਕ ਯੂ। ਇਹ ਸਾਡੇ ਨਾਲ ਸੀਗੇ ਰਾਕੇਸ਼ ਰਸੀਲਾ ਜੀ, ਬੜੇ ਡਿਫਰੈਂਟ ਤਰ੍ਹਾਂ ਦੇ ਪੁਲਿਸ ਮੈਨ ਨੇ, ਸਬ ਇੰਸਪੈਕਟਰ ਨੇ ਚੰਡੀਗੜ੍ਹ ਪੁਲਿਸ ਦੇ ਵਿੱਚ। ਉਹਨਾਂ ਨੇ ਖਾਸ ਤੌਰ ਤੇ ਜਿਹੜਾ ਹੈਗੇ ਜਿਹੜੀਆਂ ਲਾਸ਼ਾਂ ਨੇ ਉਹਨਾਂ ਦਾ ਕਰਦੇ ਨੇ, ਇਹ ਸੰਸਕਾਰ ਕਰਦੇ ਨੇ। ਉਸ ਦੇ ਨਾਲ ਜੇ ਗੱਲ ਕਰੀਏ ਤਾਂ ਖਾਸ ਕਰਕੇ ਜਾਨਵਰਾਂ ਦਾ ਸੰਸਕਾਰ ਕਰਦੇ ਨੇ। ਇਹ ਦੋ ਚੀਜ਼ਾਂ ਜਿਹੜੀਆਂ ਨੇ ਉਹ ਬਹੁਤ ਹੀ ਜ਼ਰੂਰੀ ਤਰ੍ਹਾਂ ਦੀ ਚੀਜ਼ ਨੇ ਜਿਹੜੀ ਕਿ ਉਹ ਕਰਦੇ ਨੇ, ਔਰ ਆਪਣੇ ਆਪ ਦੇ ਵਿੱਚ ਇਹ ਇੱਕ ਵੱਡੀ ਗੱਲ ਹੈਗੀ ਹੈ। ਪਰ ਇੱਕ ਪੁਲਿਸ ਵਾਲੇ ਦਾ ਇਸ ਤਰੀਕੇ ਦਾ, ਕਿਉਂਕਿ ਖਾਸ ਤੌਰ ਤੇ ਅਸੀਂ ਪੁਲਿਸ ਨੂੰ ਜਿਹੜਾ ਹਮੇਸ਼ਾ ਸਖਤ
ਕਿਸਮ ਦੇ ਹੀ ਮੰਨਦੇ ਹਾਂ, ਟ੍ਰੈਫਿਕ ਦੇ ਚਲਾਨ ਕੱਟਣ ਲਈ ਹੀ ਖੜੀ ਦਿਖਾਈ ਦਿੰਦੀ ਹੈ, ਪਰ ਇੱਕ ਇਸ ਤਰ੍ਹਾਂ ਦਾ ਰੂਪ ਚਾਹੇ ਉਹ ਦੁਕਾਨ 'ਚੋਂ ਆਇਆ, ਇੱਕ ਬਹੁਤ ਵਿਲੱਖਣ ਜਿਹੜਾ ਉਹਨਾਂ ਦਾ ਰੂਪ ਜਿਹੜਾ ਇੱਥੇ ਦਿਖਾਈ ਦਿੱਤਾ ਹੈ। ਫਿਰ ਮਿਲਾਂਗੇ ਕਿਸੇ ਹੋਰ ਮੋੜ ਤੇ ਕਿਸੇ ਹੋਰ ਨਵੇਂ ਮਹਿਮਾਨ ਦੇ ਨਾਲ। ਅੱਜ ਦਾ ਅਨਕਟ ਅਸੀਂ ਖੁੱਲ੍ਹੀ ਫਿਜ਼ਾ ਦੇ ਵਿੱਚ ਕੀਤਾ ਚੰਡੀਗੜ੍ਹ ਏਅਰਪੋਰਟ ਤੇ। ਮੇਰੇ ਕੈਮਰਾ ਟੀਮ ਤੇ ਮੇਰੇ ਨਾਲ ਨੇ ਸਰਬਜੀਤ। ਮੈਨੂੰ ਦਿਓ ਇਜਾਜ਼ਤ, ਬਹੁਤ ਬਹੁਤ ਧੰਨਵਾਦ, ਸ਼ੁਕਰੀਆ। ਹੋਏਗੀ ਕਿਸਾਨਾਂ ਦੀ ਗੱਲ, ਨਵੀਂ ਖੇਤੀ ਮਸ਼ੀਨਾਂ, ਬੀਜਾਂ ਤੇ ਬਾਗਾਂ ਦੀ ਗੱਲ ਲੈ ਕੇ ਚੱਲਾਂਗੇ ਤੁਹਾਨੂੰ ਰੰਗਲੇ ਪੰਜਾਬ ਦੇ ਖੇਤਾਂ ਵੱਲ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਫਾਰਮਿੰਗ ਵਿਦ ਅਮਰਜੀਤ ਵੜੈਚ, ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 7:30 ਵਜੇ D5 ਚੈਨਲ ਪੰਜਾਬੀ ਤੇ। ਕੀ ਹੁੰਦੀ ਹੈ ਜਮਾਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।